ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਆਪਾਂ ਕਰ ਰਹੇ ਸੀ ਪੰਜਾਬੀ ਦੀ ਮੌਕ ਟੈਸਟ। ਕੱਲ ਆਪਾਂ 11ਵਾਂ ਟੈਸਟ ਕੀਤਾ ਸੀ ਜਿਸ ਵਿੱਚ ਸਵੈ ਜੀਵਨੀ ਭਾਗ ਦੇ ਨਾਲ ਸੰਬੰਧਿਤ ਪ੍ਰਸ਼ਨ ਸੀ ਤੇ ਅੱਜ ਆਪਾਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਤੇ ਵੀਡੀਓ ਦੇ ਲਾਸਟ ਤੇ ਤੁਸੀਂ ਸਾਰਿਆਂ ਨੇ ਜਿੰਨੇ ਵੀ ਤੁਹਾਡੇ ਨੰਬਰ ਆਉਂਦੇ ਜ਼ਰੂਰ ਸ਼ੇਅਰ ਕਰਿਓ। ਸਾਡਾ ਪਹਿਲਾ ਪ੍ਰਸ਼ਨ ਸੀ, ਨਾਨਕ ਸਿੰਘ ਦੀ ਲਿਖੀ ਹੋਈ ਸਵੈ ਜੀਵਨੀ ਕਿਹੜੀ ਹੈ? ਆਪਸ਼ਨ ਊੜਾ ਮੇਰੀ ਦੁਨੀਆ ਸਵੈ ਜੀਵਨੀ ਨਾਨਕ ਸਿੰਘ ਨੇ ਲਿਖੀ ਸੀ। ਤੇ ਮੇਰੀ ਦੁਨੀਆ ਸਵੈ ਜੀਵਨੀ ਨਾਨਕ ਸਿੰਘ ਨੇ ਲਿਖੀ ਕਦੋਂ ਸੀ? ਇਹ ਆਪਸ਼ਨ ਗਲਤ ਹੋ ਗਿਆ, ਸਹੀ ਕਰ ਲਿਓ। ਉਸਨੇ ਲਿਖੀ ਸੀ ਇਹ ਸਵੈ ਜੀਵਨੀ 1949 ਦੇ ਵਿੱਚ। ਮੇਰੀ ਦੁਨੀਆ ਸਵੈ ਜੀਵਨੀ ਤੇ ਮੇਰੀ ਦੁਨੀਆ ਸਵੈ ਜੀਵਨੀ ਲਿਖ ਕੇ ਜਿਹੜਾ ਨਾਨਕ ਸਿੰਘ ਨੇ ਪੰਜਾਬੀ ਵਾਰਤਕ ਦੇ ਵਿੱਚ ਜਿਹੜਾ ਨਾ ਸਵੈ ਜੀਵਨੀ ਲਿਖਣ ਦਾ ਮੁੱਢ ਬੰਨਿਆ ਸੀ। ਨਾਨਕ ਸਿੰਘ ਨੇ ਮੇਰੀ ਦੁਨੀਆ ਸਵੈ ਜੀਵਨੀ ਵਿੱਚ ਜੀਵਨ ਦੀਆਂ ਕਿਹੜੀਆਂ ਘਟਨਾਵਾਂ ਦਿੱਤੀਆਂ ਨੇ? ਆਪਸ਼ਨ ਈਡੀ 94 ਘਟਨਾਵਾਂ। ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਕਿਹੜੀ ਹੈ? ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਹੈ ਰਸੀਦੀ ਟਿਕਟ। ਰਸੀਦੀ ਟਿਕਟ ਸਵੈ ਜੀਵਨੀ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਕੀ ਦਰਸਾਇਆ ਹੈ? ਅੰਮ੍ਰਿਤਾ ਪ੍ਰੀਤਮ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਜੀਵਨ ਦੀਆਂ ਕੁਝ ਯਾਦਾਂ ਨੂੰ ਪੇਸ਼ ਕੀਤਾ ਹੈ। ਨੰਗੇ ਪੈਰਾਂ ਦਾ ਸਫ਼ਰ ਸਵੈ ਜੀਵਨੀ ਕਿਸ ਦੀ ਹੈ? ਇਹ ਹੈ ਆਪਸ਼ਨ ਊੜਾ ਡਾਕਟਰ ਦਲੀਪ ਕੌਰ ਟਿਵਾਣਾ ਦੀ। ਨੰਗੇ ਪੈਰਾਂ ਦਾ ਸਫ਼ਰ ਸਵੈ ਜੀਵਨੀ ਵਿੱਚ ਡਾਕਟਰ ਦਲੀਪ ਕੌਰ ਟਿਵਾਣਾ ਨੇ ਆਪਣੇ ਜੀਵਨ ਦੇ ਕਿਹੜੇ ਭਾਗ ਨੂੰ ਅੰਕਿਤ ਕੀਤਾ ਹੈ? ਆਪਸ਼ਨ ਈਡੀ ਮੁੱਢਲੇ ਭਾਗ ਨੂੰ। ਨਾਵਲ ਨਹੀਂ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਦਾ ਸਿਰਲੇਖ ਡਾਕਟਰ ਦਲੀਪ ਕੌਰ ਟਿਵਾਣਾ ਨੇ ਕਿਹੜੇ ਜੀਵਨ ਵੱਲ ਸੰਕੇਤ ਕਰਦਾ ਹੈ? ਇਹ ਕੀ ਉਸਦੇ ਸਮਾਜਿਕ ਜੀਵਨ ਵੱਲ ਤੇ ਔਂਕੜਾਂ ਭਰੇ ਜੀਵਨ ਦੇ ਵੱਲ ਸੰਕੇਤ ਕਰਦਾ ਹੈ। ਮੇਰੀ ਜੀਵਨ ਕਹਾਣੀ ਸਵੈ ਜੀਵਨੀ ਕਿਸ ਦੀ ਲਿਖੀ ਹੋਈ ਹੈ? ਇਹ ਸਵੈ ਜੀਵਨੀ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੀ। ਅਗਲਾ ਪ੍ਰਸ਼ਨ ਹੈ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪਣੀ ਸਵੈ ਜੀਵਨੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ? ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਵੈ ਜੀਵਨੀ ਦੇ 3 ਭਾਗ ਨੇ ਤੇ ਉਹ ਕਿਹੜੇ ਨਾਮ ਸੀ ਉਹਨਾਂ ਦੇ? ਪਹਿਲਾ ਹੈਗਾ ਮੇਰੀ ਜੀਵਨ ਕਹਾਣੀ, ਦੂਸਰਾ ਮੰਜ਼ਿਲ ਦਿਸ ਪਈ ਤੇ ਤੀਸਰਾ ਹੈਗਾ ਮੇਰੀ ਜੀਵਨ ਕਹਾਣੀ ਭਾਗ ਦੂਜਾ। ਇਹ ਉਸਦੀ ਸਵੈ ਜੀਵਨੀ ਦੇ 3 ਭਾਗ ਸੀ। ਆਪ ਬੀਤੀ ਸਵੈ ਜੀਵਨੀ ਕਿਸ ਦੀ ਹੈ? ਆਪ ਬੀਤੀ ਸਵੈ ਜੀਵਨੀ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ। ਆਪ ਬੀਤੀ ਸਵੈ ਜੀਵਨੀ ਵਿੱਚ ਲੇਖਕ ਨੇ ਕਿੱਥੋਂ ਦੀ ਚਿੱਤਰਕਲਾ ਤੇ ਲੋਕ ਗੀਤਾਂ ਦੀ ਖੋਜ ਸੰਬੰਧੀ ਜਾਣਕਾਰੀ ਦਿੱਤੀ? ਆਪਸ਼ਨ ਐੜਾ ਕਾਂਗੜੇ ਦੇ। ਕਿਸ ਸਵੈ ਜੀਵਨੀ ਨੂੰ ਕਿਸੇ ਹੱਦ ਤੱਕ ਸੱਭਿਆਚਾਰ ਦਾ ਕੀਮਤੀ ਦਸਤਾਵੇਜ਼ ਵੀ ਆਖਿਆ ਜਾ ਸਕਦਾ ਹੈ? ਤਾਂ ਜਿਹੜੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਆ ਆਪ ਬੀਤੀ, ਇਸ ਨੂੰ ਸੱਭਿਆਚਾਰ ਦਾ ਕੀਮਤੀ ਦਸਤਾਵੇਜ਼ ਵੀ ਕਿਹਾ ਜਾਂਦਾ ਹੈ। ਵਣਜਾਰਾ ਬੇਦੀ ਦੀ ਸਵੈ ਜੀਵਨੀ ਕਿੰਨੇ ਭਾਗਾਂ ਵਿੱਚ ਪ੍ਰਕਾਸ਼ਿਤ ਹੋਈ? ਆਪਸ਼ਨ ਈਡੀ 4 ਭਾਗਾਂ ਦੇ ਵਿੱਚ। ਅੱਧੀ ਮਿੱਟੀ ਅੱਧਾ ਸੋਨਾ ਗਲੀਏ ਚਿੱਕੜ ਦੂਰ ਕਰ, ਮੇਰੇ ਨਾਨਕਾ ਪਿੰਡ ਸਵੈ ਜੀਵਨੀ 4 ਭਾਗ ਨੇ। 3 ਤਾਂ ਹੀ ਹੋ ਗਏ, ਅੱਧੀ ਮਿੱਟੀ ਅੱਧਾ ਸੋਨਾ ਗਲੀਏ ਚਿੱਕੜ ਦੂਰ ਕਰ, ਮੇਰਾ ਨਾਨਕਾ ਪਿੰਡ ਤੇ ਇੱਕ ਹੋਰ ਭਾਗ ਆ ਉਹ ਕਿਹੜਾ ਰਹਿ ਗਿਆ? ਮੇਰੇ ਰਾਹਾਂ ਦੇ ਰੰਗ। ਵੈਸੇ ਆਪਾਂ ਸਵੈ ਜੀਵਨੀ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਕੀਤੇ ਹੋਏ ਆ ਉਹ ਵੀਡੀਓ ਤੁਸੀਂ ਨਹੀਂ ਦੇਖਿਆ ਤਾਂ ਉਹ ਵੀ ਚੈੱਕ ਕਰ ਲਿਓ ਪਲੇਲਿਸਟ। ਸੁਹਿੰਦਰ ਸਿੰਘ ਵਣਜਾਰਾ ਬੇਦੀ ਨੂੰ 1988 ਵਿੱਚ ਕਿਹੜੀ ਸਵੈ ਜੀਵਨੀ ਲਈ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਨਮਾਨਿਤ ਕੀਤਾ ਗਿਆ? ਆਪਸ਼ਨ ਈਡੀ ਗਲੀਏ ਚਿੱਕੜ ਦੂਰ ਕਰ। ਖਾਨਾਬਦੋਸ਼ ਸਵੈ ਜੀਵਨੀ ਕਿਸ ਦੀ ਹੈ? ਆਪਸ਼ਨ ਊੜਾ ਅਜੀਤ ਕੌਰ ਦੀ। ਖਾਨਾਬਦੋਸ਼ ਸਵੈ ਜੀਵਨੀ ਕਿੰਨੇ ਅਧਿਆਵਾਂ ਵਿੱਚ ਫੈਲੀ ਹੋਈ ਹੈ? ਜਿਹੜੀ ਅਜੀਤ ਕੌਰ ਦੀ ਸਵੈ ਜੀਵਨੀ ਹੈ ਖਾਨਾਬਦੋਸ਼, ਇਹ ਕਿੰਨੇ ਅਧਿਆਵਾਂ ਵਿੱਚ ਆ? 7।
ਤੇ ਇਹ ਵੀ ਆਪਾਂ ਸਵੈ ਜੀਵਨੀ ਵਾਲੇ ਪ੍ਰਸ਼ਨਾਂ ਵਿੱਚ ਕੀਤਾ ਹੋਇਆ, ਜਦੋਂ ਆਪਾਂ ਇੱਕ ਇੱਕ ਰਾਈਟਰ ਦੇ ਨਾਲ ਸੰਬੰਧਿਤ ਪ੍ਰਸ਼ਨ ਕੀਤੇ ਸੀ। ਚਲੋ ਫਿਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਉਹਨਾਂ ਦੀ ਸਵੈ ਜੀਵਨੀ ਦੇ 7 ਭਾਗ ਕਿਹੜੇ ਕਿਹੜੇ ਸੀ। ਪਹਿਲਾ ਸੀ 101, ਦੂਸਰਾ ਸਫੇਦ ਅਤੇ ਕਾਲੀ ਹਵਾ ਦੀ ਦਾਸਤਾਨ, ਤੀਸਰਾ ਭਾਗ ਸੀ ਉਹਦਾ ਖਾਨਾਬਦੋਸ਼, ਚੌਥਾ ਭਾਗ ਸੀ ਹਾਸਦਿਆਂ ਦਾ ਹਜੂਮ, ਪੰਜਵਾਂ ਭਾਗ ਸੀ ਘੋਗਾ ਤੇ ਸਮੁੰਦਰ, ਤੇ ਛੇਵਾਂ ਭਾਗ ਸੀ ਸੱਤ ਨੀਮ ਕਸ਼, ਸੱਤਵਾਂ ਭਾਗ ਸੀ ਤੀਰ ਅਤੇ ਕਿੱਸਾ ਇੱਕ ਕਿਆਮਤ। ਇਹ 7 ਭਾਗ ਸੀ ਅਜੀਤ ਕੌਰ ਦੀ ਸਵੈ ਜੀਵਨੀ ਦੇ। ਅਜੀਤ ਕੌਰ ਨੂੰ ਆਪਣੀ ਸਵੈ ਜੀਵਨੀ ਖਾਨਾਬਦੋਸ਼ ਲਈ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਕਦੋਂ ਸਨਮਾਨਿਤ ਕੀਤਾ ਗਿਆ? 1985 ਦੇ ਵਿੱਚ। ਅਗਲਾ ਪ੍ਰਸ਼ਨ ਹੈ, ਹੇਠ ਲਿਖੇ ਲੇਖਕਾਂ ਵਿੱਚੋਂ ਕਿਸ ਨੇ ਕਵਿਤਾ ਵਿੱਚ ਸਵੈ ਜੀਵਨੀ ਲਿਖੀ? ਆਪਸ਼ਨ ਊੜਾ ਜਸਵੰਤ ਸਿੰਘ ਨੇਕੀ ਨੇ ਜਿਹੜੀ ਆਪਣੀ ਸਵੈ ਜੀਵਨੀ ਕੋਈ ਨਾਉ ਨਾ ਜਾਣੇ ਮੇਰਾ, ਇਹ ਕਵਿਤਾ ਦੇ ਵਿੱਚ ਲਿਖੀ। ਸਵੈ ਜੀਵਨੀ ਕੀ ਹੁੰਦੀ ਆ? ਆਪਸ਼ਨ ਸੱਸਾ ਸਵੈ ਜੀਵਨੀ ਆਤਮ ਕੇਂਦਰਿਤ ਹੁੰਦੀ ਹੈ। ਤੇ ਅੱਗੇ ਨਾਨਕ ਸਿੰਘ ਬਾਰੇ ਪ੍ਰਸ਼ਨ ਸੀ। ਨਾਨਕ ਸਿੰਘ ਦੀ ਸਵੈ ਜੀਵਨੀ ਜਿਹੜੀ ਮੇਰੀ ਦੁਨੀਆ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੈ? ਨਾਨਕ ਸਿੰਘ ਨੇ ਆਪਣੀ ਸਵੈ ਜੀਵਨੀ ਜਿਹੜੀ ਆ ਮੇਰੀ ਦੁਨੀਆ, ਇਸ ਨੂੰ 5 ਭਾਗਾਂ ਦੇ ਵਿੱਚ ਵੰਡਿਆ। ਤੇ ਕਿਹੜੇ 5 ਭਾਗ ਨੇ? ਪਹਿਲਾ ਸੀ ਬਚਪਨ ਤੋਂ ਜਵਾਨੀ, ਦੂਸਰਾ ਸੀ ਜੀਵਨ ਰਾਹਾਂ ਤੇ ਮਿਲੇ ਕੁਝ ਵਿਅਕਤੀ, ਤੇ ਤੀਸਰਾ ਭਾਗ ਹੈ ਸੰਨ 47 ਦੇ ਅਸਰਾਂ ਹੇਠ, ਚੌਥਾ ਭਾਗ ਸੀ ਫੁਟਕਲ, ਤੇ ਪੰਜਵਾਂ ਭਾਗ ਮੇਰਾ ਘਰੋਗੀ ਜੀਵਨ। ਆਪਾਂ ਕਰ ਹੀ ਰਿਹਾ। ਸਵੈ ਜੀਵਨੀ ਦੇ ਦੂਜੇ ਭਾਗ ਦਾ ਕੀ ਨਾਮ ਆ? ਨਾਨਕ ਸਿੰਘ ਦੀ ਜੀਵਨ ਰਾਹਾਂ ਤੇ ਮਿਲੇ ਕੁਝ ਵਿਅਕਤੀ। ਆਪਣੀ ਛਾਵੇਂ ਸਵੈ ਜੀਵਨੀ ਦਾ ਆਰੰਭ ਡਾਕਟਰ ਦਲੀਪ ਕੌਰ ਟਿਵਾਣਾ ਨੇ ਕਿਵੇਂ ਕੀਤਾ? ਆਪਸ਼ਨ ਏਡੀ ਉਸਨੇ ਕਾਵ ਸਤਰਾਂ ਦੇ ਨਾਲ ਆਪਣੀ ਸਵੈ ਜੀਵਨੀ ਦਾ ਆਰੰਭ ਕੀਤਾ। ਦੂਜੀ ਸਵੈ ਜੀਵਨੀ ਅਨੁਸਾਰ ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਅਗਨੀ ਪ੍ਰੀਖਿਆ ਕਦੋਂ ਛਪਿਆ ਸੀ? ਆਪਸ਼ਨ ਊੜਾ 1968 ਦੇ ਵਿੱਚ। ਇਹ ਸੀ ਸਾਡੇ ਸਵੈ ਜੀਵਨੀ ਭਾਗ ਨਾਲ ਸੰਬੰਧਿਤ ਪ੍ਰਸ਼ਨ। ਤੇ ਅਗਲਾ ਟੈਸਟ ਹੋਊਗਾ ਸਾਹਿਤ ਦੇ ਭਿੰਨ ਭਿੰਨ ਰੂਪ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ। ਥੈਂਕ ਯੂ।